हाँ जी स्टूडेंट्स, जिमें कि असी अपनी +2 ਕਲਾਸ ਦੀ ਜਨਰਲ ਇੰਗਲਿਸ਼ ਦਾ ਤੀਸਰਾ ਚੈਪਟਰ ਸ਼ੁਰੂ ਕੀਤਾ ਹੋਇਆ। ਅਸੀਂ ਉਸ ਦੀ ਸਾਰੀ ਰੀਡਿੰਗ ਕਰ ਚੁੱਕੇ ਹਾਂ। ਪਿਛਲੇ 2 ਸੈਸ਼ਨਸ ਦੇ ਵਿੱਚ 2 ਕਲਾਸਿਸ ਦੇ ਵਿੱਚ ਅਸੀਂ ਉਸ ਦੀ ਰੀਡਿੰਗ ਕੀਤੀ ਹੈ ਕੰਪਲੀਟ। ਅੱਜ ਅਸੀਂ ਇਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨ ਆਨਸਰਸ ਕਵਰ ਕਰਾਂਗੇ। ਇਸ ਚੈਪਟਰ ਦਾ ਨਾਮ ਹੈ ਥਿੰਕਿੰਗ ਆਊਟ ਆਫ ਦਾ ਬਾਕਸ ਲੇਟਰਲ ਥਿੰਕਿੰਗ, ਜਿਸ ਨੂੰ ਕਿ ਐਡਵਰਡ ਡੇ ਬੋਨੋ ਨੇ ਲਿਖਿਆ ਹੋਇਆ। ਤਾਂ ਮੈਂ ਸਭ ਤੋਂ ਪਹਿਲਾਂ ਸਾਰੇ ਸਟੂਡੈਂਟਸ ਨੂੰ ਅਪੀਲ ਕਰੂੰਗਾ ਕਿ ਜੇਕਰ ਉਹਨਾਂ ਨੇ ਮੇਰੀਆਂ ਪਿਛਲੀਆਂ 2 ਵੀਡੀਓਜ਼ ਜਿਸ ਵਿੱਚ ਮੈਂ ਥਿੰਕਿੰਗ ਆਊਟ ਆਫ ਦਾ ਬਾਕਸ ਵਾਲੇ ਚੈਪਟਰ ਦੀ ਪੂਰੀ ਡਿਟੇਲ ਦੇ ਵਿੱਚ ਐਨਾਲਿਸਿਸ ਤੇ ਐਕਸਪਲੇਨੇਸ਼ਨ ਕਰਾਈ ਹੈ, ਜੇਕਰ ਤੁਸੀਂ ਉਹ ਮਿਸ ਕਰ ਚੁੱਕੇ ਹੋ ਤਾਂ ਤੁਸੀਂ ਇਹ ਵਾਲਾ ਵੀਡੀਓ ਦੇਖਣ ਤੋਂ ਪਹਿਲਾਂ ਉਹ ਵੀਡੀਓ ਦੋਨੇ ਜ਼ਰੂਰ ਦੇਖੋ, ਕਿਉਂਕਿ ਉਸ ਦੇ ਵਿੱਚ ਪੂਰੇ ਚੈਪਟਰਸ ਦੀ ਮੈਂ ਐਕਸਪਲੇਨੇਸ਼ਨ ਤੇ ਐਨਾਲਿਸਿਸ ਬਹੁਤ ਹੀ ਡਿਟੇਲ ਦੇ ਵਿੱਚ ਕਰਵਾਈ ਹੈ ਅਤੇ ਤੁਹਾਨੂੰ ਤਾਂ ਹੀ ਇਹ ਸਾਰੇ ਕੁਐਸਚਨ ਆਨਸਰਸ ਕਲੀਅਰ ਹੋਣਗੇ। ਜੇਕਰ ਤੁਸੀਂ ਉਹ ਮਿਸ ਕਰ ਦਿੱਤਾ ਹੈ ਤਾਂ ਫਿਰ ਇਹ ਕੁਐਸਚਨ ਆਨਸਰ ਸਮਝਣੇ ਬਹੁਤ ਔਖੇ ਨੇ। ਹਾਂ, ਜਿਨ੍ਹਾਂ ਨੇ ਉਹ ਸਾਰੇ ਵੀਡੀਓਜ਼ ਦੇਖ ਰੱਖੇ ਨੇ ਉਹ ਇਸ ਵੀਡੀਓ ਨੂੰ ਕੰਟੀਨਿਊ ਕਰ ਸਕਦੇ ਨੇ। ਤਾਂ ਮੈਂ ਇਹਨਾਂ ਦੋਨਾਂ ਵੀਡੀਓਜ਼ ਦੇ ਲਿੰਕ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਜਿਸ 'ਤੇ ਜਾ ਕੇ ਤੁਸੀਂ ਇਹ ਵੀਡੀਓਜ਼ ਦੇਖ ਸਕਦੇ ਹੋ। ਜਿਸ ਤਰ੍ਹਾਂ ਕਿ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਡੇ ਇਸ ਚੈਪਟਰ ਦੇ ਜਿਹੜੇ ਕੁਐਸਚਨਸ ਨੇ ਇਹ ਸਾਡੀ ਬੁੱਕ ਦੇ ਵਿੱਚ ਪੇਜ ਨੰਬਰ 29 ਦੇ ਉੱਪਰ ਦਿੱਤੇ ਹੋਏ ਹੈ ਅਤੇ ਇਹ ਚੈਪਟਰ ਹੈ ਸਾਡਾ। ਇਸ ਦੇ ਟੋਟਲ ਸ਼ੋਰਟ ਆਨਸਰ ਟਾਈਪ ਕੁਐਸਚਨਸ ਹੈ ਜੋ ਕਿ ਪਹਿਲੇ ਪਾਰਟ ਦੇ ਵਿੱਚ ਹੈ, ਇਹ ਟੋਟਲ 9 ਹੈ। ਤਾਂ ਇਹ 9 ਕੁਐਸਚਨਸ ਤੁਹਾਡੀ ਬੁੱਕ ਦੇ ਵਿੱਚ ਨੇ, ਜਿਸ ਨੂੰ ਕਿ ਅਸੀਂ ਇਹ ਸਾਰੇ ਕਵਰ ਕਰਾਂਗੇ। ਇਹ ਸਾਰੇ ਸ਼ੋਰਟ ਆਨਸਰ ਟਾਈਪ ਕੁਐਸਚਨਸ ਹੈ। ਤੁਹਾਨੂੰ ਪਤਾ ਹੈ ਕਿ ਤੁਹਾਡੇ ਐਗਜ਼ਾਮਸ ਦੇ ਵਿੱਚ ਸ਼ੋਰਟ ਆਨਸਰ ਟਾਈਪ ਕੁਐਸਚਨਸ ਆਉਂਦੇ ਹੈ ਅਤੇ ਇਹ 2 ਨੰਬਰ ਦੇ ਹੁੰਦੇ ਹੈ। ਤਾਂ ਇਹਨਾਂ ਨੂੰ ਹੱਲ ਕਰਨ ਦੇ ਲਈ ਸਾਨੂੰ ਘੱਟੋ ਘੱਟ 2 ਲਾਈਨਸ ਜ਼ਰੂਰ ਲਿਖਣੀਆਂ ਚਾਹੀਦੀਆਂ। 1 ਜਾਂ 2 ਲਾਈਨਸ ਦੇ ਵਿੱਚ ਸਾਨੂੰ ਇਸ ਦਾ ਆਨਸਰ ਦੇਣਾ ਚਾਹੀਦਾ। ਤਾਂ ਸਟੂਡੈਂਟਸ, ਮੈਂ ਤੁਹਾਡੀ ਸਹੂਲੀਅਤ ਦੇ ਲਈ ਇਹ ਸਾਰੇ 9 ਦੇ 9 ਕੁਐਸਚਨਸ ਦੇ ਨੋਟਸ ਬਣਾਏ ਨੇ, ਜਿਨ੍ਹਾਂ ਨੂੰ ਅਸੀਂ ਅੱਜ ਆਪਾਂ ਕਵਰ ਕਰਾਂਗੇ। ਤਾਂ ਅਸੀਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ ਜੀ ਸਾਡਾ ਕਿ ਵਟ ਵਾਜ਼ ਦਾ ਪ੍ਰਪੋਜ਼ਲ ਗਿਵਨ ਟੂ ਦਾ ਪੂਅਰ ਫਾਰਮਰ ਬਾਏ ਦਾ ਮਨੀ ਲੈਂਡਰ। ਤਾਂ ਜਿਵੇਂ ਕਿ ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਲੇਟਰਲ ਥਿੰਕਿੰਗ ਨੂੰ ਸਮਝਾਉਣ ਦੇ ਲਈ ਰਾਈਟਰ ਨੇ 2 ਸਟੋਰੀਜ਼ ਦਾ ਜ਼ਿਕਰ ਕੀਤਾ। ਜਿਹੜੀ ਪਹਿਲੀ ਸਟੋਰੀ ਹੈ ਉਹ ਸਾਡੇ ਇੱਕ ਭਾਰਤ ਦੇ ਕਿਸੇ ਪਿੰਡ ਦੀ ਕਹਾਣੀ ਹੈ, ਜਿਸ ਦੇ ਵਿੱਚ 3 ਕਰੈਕਟਰ ਹੈ, ਜਿਸ ਦੇ ਵਿੱਚ ਇੱਕ ਲੜਕੀ ਹੈ, ਇੱਕ ਉਸਦੇ ਫਾਦਰ ਹੈ ਅਤੇ ਇੱਕ ਉਸੇ ਪਿੰਡ ਦਾ ਸ਼ਾਹੂਕਾਰ ਹੈ। ਤਾਂ ਹੁਣ ਸ਼ਾਹੂਕਾਰ ਬਹੁਤ ਹੀ ਕਪਟੀ ਹੈ। ਤਾਂ ਉਸੇ 'ਤੇ ਹੀ ਸਾਡਾ ਪਹਿਲਾ ਕੁਐਸਚਨ ਹੈ ਕਿ ਉਹ ਕਿਹੜਾ ਸੁਝਾਅ ਸੀ, ਵਟ ਵਾਜ਼ ਦਾ ਪ੍ਰਪੋਜ਼ਲ, ਜੋ ਕਿ ਗਰੀਬ ਕਿਸਾਨ ਨੂੰ ਦਿੱਤਾ ਗਿਆ ਸੀ ਉਸ ਮਨੀ ਲੈਂਡਰ ਸ਼ਾਹੂਕਾਰ ਦੁਆਰਾ। ਸ਼ਾਹੂਕਾਰ ਤੁਹਾਨੂੰ ਪਤਾ ਹੈ ਕਿ ਲੜਕੀ ਨਾਲ ਸ਼ਾਦੀ ਕਰਾਉਣਾ ਚਾਹੁੰਦਾ ਸੀ ਅਤੇ ਸ਼ਾਹੂਕਾਰ ਦੇ ਕੋਲੋਂ ਪੈਸੇ ਲੈ ਰੱਖੇ ਸੀ। ਲੜਕੀ ਦੇ ਪਿਤਾ ਨੇ ਕਾਫੀ ਸਾਰਾ ਕਰਜ਼ ਲੈ ਰੱਖਿਆ ਸੀ ਅਤੇ ਹੁਣ ਉਹ ਸ਼ਾਹੂਕਾਰ ਲੜਕੀ ਨਾਲ ਸ਼ਾਦੀ ਕਰਨਾ ਚਾਹੁੰਦਾ, ਤਾਂ ਉਸ ਨੇ ਸ਼ਾਦੀ ਕਰਾਉਣ ਦੇ ਲਈ ਕੀ ਪ੍ਰਪੋਜ਼ਲ ਦਿੱਤੀ, ਅਤੇ ਇਹ ਕੁਐਸਚਨ ਹੈ। ਤਾਂ ਆਨਸਰ ਹੈ ਜੀ ਅਸੀਂ ਇਸ ਦਾ ਲਿਖਾਂਗੇ ਦਾ ਮਨੀ ਲੈਂਡਰ ਸੈਡ ਦੈਟ ਹੀ ਵੁੱਡ ਫੋਰਗੋ ਦਾ ਫਾਰਮਰਸ ਡੈਟ ਇਫ ਹੀ ਕੁਡ ਮੈਰੀ ਦਾ ਫਾਰਮਰਸ ਡਾਟਰ। ਤਾਂ ਮਨੀ ਲੈਂਡਰ ਸ਼ਾਹੂਕਾਰ ਇਹ ਕਹਿੰਦਾ ਹੈ ਕਿ ਉਹ ਕਿਸਾਨ ਦਾ ਕਰਜ਼ਾ, ਡੈਟ ਦਾ ਮਤਲਬ ਹੁੰਦਾ ਹੈ ਜੀ ਕਰਜ਼ਾ, ਇਸ ਦੇ ਵਿੱਚ ਬੀ ਜਿਹੜੀ ਹੁੰਦੀ ਹੈ ਸਾਈਲੈਂਟ ਹੁੰਦੀ ਹੈ, ਡੈਟ ਕਰਜ਼ਾ ਮਾफ़ ਕਰ ਦੇਵੇਗਾ। ਫੋਰਗੋ ਦਾ ਮਤਲਬ ਹੁੰਦਾ ਹੈ ਖ਼ਤਮ ਕਰ ਦੇਣਾ, ਡਿਸਮਿਸ ਕਰ ਦੇਣਾ। ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਉਹ ਫਾਰਮਰ ਦੇ ਕਰਜ਼ੇ ਨੂੰ ਡਿਸਮਿਸ ਕਰ ਦੇਵੇਗਾ, ਉਸ ਨੂੰ ਕੈਂਸਲ ਕਰ ਦੇਵੇਗਾ ਜੇਕਰ, ਇਫ ਕੰਡੀਸ਼ਨ ਇਹ ਲਾ ਦਿੰਦਾ ਉਹ, ਜੇਕਰ ਹੀ ਕੁਡ, ਹੀ ਦਾ ਮਤਲਬ ਇੱਥੇ ਸ਼ਾਹੂਕਾਰ ਤੋਂ ਹੀ ਹੈ ਕਿ ਜੇਕਰ ਉਹ ਸ਼ਾਹੂਕਾਰ ਕਿਸਾਨ ਦੀ ਲੜਕੀ ਨਾਲ ਸ਼ਾਦੀ ਕਰਾ ਸਕੇ। ਮੈਰੀ ਦਾ ਮਤਲਬ ਸ਼ਾਦੀ ਕਰਨਾ, ਫਾਰਮਰਸ ਕਿਸਾਨ ਦੀ, ਤਾਂ ਤੁਹਾਨੂੰ ਦੱਸਿਆ ਨਾ ਐਪੈਸ ਦਾ ਮਤਲਬ ਦਾਦੇ ਦੀ ਹੁੰਦਾ। ਤਾਂ ਇਸ ਤਰੀਕੇ ਨਾਲ ਕਿਸਾਨ ਦੀ ਲੜਕੀ ਦੇ ਨਾਲ ਸ਼ਾਦੀ ਕਰਾ ਸਕੇ, ਫਿਰ ਉਹ ਕਿਸਾਨ ਦਾ ਕਰਜ਼ਾ ਡਿਸਮਿਸ ਕਰ ਦੇਵੇਗਾ, ਕੈਂਸਲ ਕਰ ਦੇਵੇਗਾ। ਤਾਂ ਇਹ ਸਾਡਾ ਪਹਿਲਾ ਆਨਸਰ ਹੋ ਗਿਆ। ਸੈਕਿੰਡ ਕੁਐਸਚਨ ਹੈ ਜੀ ਕਿ ਵਟ ਵੁੱਡ ਹੈਵ ਹੈਪਨਡ ਇਫ ਦਾ ਗਰਲ ਹੈਡ ਸਿਲੈਕਟਿਡ ਅ ਬਲੈਕ ਪੈਬਲ ਇਨ ਦਾ ਪੈਬਲ ਗੇਮ। ਤਾਂ ਹੁਣ ਜਦੋਂ ਇਹ ਸੁਝਾਅ ਦਿੰਦਾ ਹੈ ਕਿਸਾਨ ਨੂੰ ਸ਼ਾਹੂਕਾਰ, ਫਿਰ ਕਿਸਾਨ ਅਤੇ ਉਹਦੀ ਲੜਕੀ ਤਾਂ ਡਰ ਜਾਂਦੇ ਹੈ। ਤਾਂ ਫਿਰ ਸ਼ਾਹੂਕਾਰ ਉਹਨਾਂ ਨੂੰ ਡਰਿਆ ਦੇਖ ਕੇ ਕਹਿੰਦਾ ਕਿ ਚਲੋ ਠੀਕ ਹੈ, ਆਪਾਂ ਪਰਮਾਤਮਾ 'ਤੇ, ਪ੍ਰੋਵੀਡੈਂਸ 'ਤੇ ਇਹ ਸਾਰੀ ਗੱਲ ਛੱਡ ਦਿੰਦੇ ਹਾਂ। ਤਾਂ ਫਿਰ ਉਹ ਇੱਕ ਪੈਬਲ ਗੇਮ ਖੇਲਦਾ ਨਾ। ਉਹ ਪੈਬਲ ਗੇਮ ਕੀ ਹੈ? ਪੈਬਲ ਗੇਮ ਹੈ ਕਿ ਉਸਨੇ ਕਿਹਾ ਕਿ ਮੈਂ ਇੱਕ ਆਪਣੇ ਬੈਗ ਦੇ ਵਿੱਚ ਇੱਕ ਕਾਲਾ ਪੱਥਰ ਬਲੈਕ ਪੈਬਲ ਪਾਊਂਗਾ ਅਤੇ ਇੱਕ ਵਾਈਟ ਪੈਬਲ ਪਾਊਂਗਾ, ਅਤੇ ਬਿਨਾਂ ਦੇਖੇ ਲੜਕੀ ਬੈਗ ਦੇ ਵਿੱਚ ਹੱਥ ਪਾ ਕੇ ਪੱਥਰ ਕੱਢੂਗੀ
ਤਾਂ ਕਿਸਮਤ ਨਾਲ ਜੇ ਤਾਂ ਦੇਖੋ ਕਾਲਾ ਪੱਥਰ ਆ ਗਿਆ ਤਾਂ ਇਹਨੂੰ ਮੇਰੇ ਨਾਲ ਸ਼ਾਦੀ ਕਰਾਉਣੀ ਪਊਗੀ, ਜੇਕਰ ਵਾਈਟ ਪੈਬਲ ਆ ਗਿਆ ਤਾਂ ਸ਼ਾਦੀ ਕਰਾਉਣ ਦੀ ਲੋੜ ਨਹੀਂ ਹੈ। ਦੋਨਾਂ ਕੰਡੀਸ਼ਨਸ ਦੇ ਵਿੱਚ ਮੈਂ ਕਿਸਾਨ ਦਾ ਕਰਜ਼ਾ ਮਾफ़ ਕਰ ਦੂੰਗਾ। ਪਰ ਜੇਕਰ ਇਸਨੇ ਗੱਲ ਨਾ ਮੰਨੀ, ਕੋਈ ਵੀ ਪੱਥਰ ਨਾ ਕੱਢਿਆ, ਤਾਂ ਫਿਰ ਕਿਸਾਨ ਨੂੰ ਮੈਂ ਜੇਲ੍ਹ 'ਚ ਸੁੱਟ ਦੂੰਗਾ। ਤਾਂ ਇਹ ਇੱਕ ਉਸਨੇ ਪੈਬਲ ਗੇਮ ਖੇਡੀ। ਤਾਂ ਹੁਣ ਕੁਐਸਚਨ ਇਹ ਹੈ ਕਿ ਕੀ ਵਾਪਰਦਾ, ਵਟ ਵੁੱਡ ਹੈਵ ਹੈਪਨਡ, ਕੀ ਵਾਪਰਦਾ ਇਫ ਜੇਕਰ ਲੜਕੀ ਨੇ ਬਲੈਕ ਪੈਬਲ ਕਾਲਾ ਪੱਥਰ ਕੱਢਿਆ ਹੁੰਦਾ ਬੈਗ ਦੇ ਵਿੱਚੋਂ ਉਸ ਪੈਬਲ ਗੇਮ ਦੇ ਵਿੱਚ। ਪੈਬਲ ਗੇਮ ਨੂੰ ਖੇਡਦੇ ਹੋਏ ਜੇਕਰ ਉਸਦੇ ਹੱਥ ਕਾਲਾ ਪੱਥਰ ਆ ਜਾਂਦਾ ਤਾਂ ਲੜਕੀ ਨਾਲ ਕੀ ਵਾਪਰਦਾ। ਤਾਂ ਅਸੀਂ ਇਹ ਸਾਰੀ ਸਟੋਰੀ ਪੜ੍ਹੀ ਹੈ। ਤਾਂ ਆਨਸਰ ਹੈ ਜੀ ਕਿ ਇਫ ਸ਼ੀ ਪਿਕ ਦਾ ਬਲੈਕ ਪੈਬਲ, ਜੇਕਰ ਉਸਨੇ ਕਾਲਾ ਪੱਥਰ ਚੱਕਿਆ, ਸ਼ੀ ਵੁੱਡ ਹੈਵ ਟੂ ਮੈਰੀ ਦਾ ਮਨੀ ਲੈਂਡਰ, ਤਾਂ ਉਸ ਨੂੰ ਸ਼ਾਹੂਕਾਰ ਨਾਲ ਸ਼ਾਦੀ ਕਰਾਉਣੀ ਪਏਗੀ। ਵੁੱਡ ਹੈਵ ਟੂ ਤਾਂ ਉਸ ਦੇ ਲਈ ਓਬਲੀਗੇਸ਼ਨ ਹੈ ਕਿ ਉਸ ਨੂੰ ਸ਼ਾਦੀ ਕਰਾਉਣੀ ਪਏਗੀ ਸ਼ਾਹੂਕਾਰ ਨਾਲ। ਐਂਡ ਹਰ ਫਾਦਰਸ ਡੈਟ ਵੁੱਡ ਬੀ ਰਿਟਨ ਆਫ, ਅਤੇ ਉਸ ਦੇ ਪਿਤਾ ਦਾ ਜਿਹੜਾ ਕਰਜ਼ਾ ਹੈ ਉਹ ਰਿਟਨ ਆਫ, ਉਹ ਖਤਮ ਹੋ ਜਾਏਗਾ, ਉਹੀ ਡਿਸਮਿਸ ਹੋ ਜਾਏਗਾ, ਕੈਂਸਲ ਹੋ ਜਾਏਗਾ। ਡਿਸਮਿਸ ਹੋ ਜਾਏਗਾ, ਮੈਂ ਕੈਂਸਲ ਕਰ ਦੂੰਗਾ ਉਸ ਦਾ ਕਰਜ਼ਾ। ਤਾਂ ਰਿਟਨ ਆਫ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਕਿ ਵੈਸੇ ਤਾਂ ਰਿਟਨ ਜਿਹੜੀ ਹੈ ਇਹ ਰਾਈਟ ਦੀ ਤੀਸਰੀ ਵਰਬ ਹੈ। ਹੁਣ ਰਾਈਟ ਇੱਕ ਵਰਬ ਹੁੰਦੀ ਹੈ, ਲੇਕਿਨ ਜੇਕਰ ਰਾਈਟ ਦੇ ਪਿੱਛੇ ਆਫ ਲਾ ਦਈਏ, ਰਾਈਟ ਦਾ ਮਤਲਬ ਲਿਖਣਾ ਹੁੰਦਾ ਹੈ, ਲੇਕਿਨ ਜੇ ਰਾਈਟ ਦੇ ਪਿੱਛੇ ਆਫ ਪ੍ਰੈਪੋਜੀਸ਼ਨ ਲੱਗ ਜਾਂਦੀ ਹੈ ਤਾਂ ਇਹ ਫਰੇਜ਼ਲ ਵਰਬ ਬਣ ਜਾਂਦੀ ਹੈ। ਅਤੇ ਫਰੇਜ਼ਲ ਵਰਬ ਤੁਹਾਨੂੰ ਪਤਾ ਹੈ ਇੱਕ ਅਜਿਹੀਆਂ ਵਰਬਸ ਹੁੰਦੀਆਂ ਨੇ ਕਿ ਜਦੋਂ ਪ੍ਰੈਪੋਜੀਸ਼ਨ ਦੇ ਪਿੱਛੇ ਲੱਗ ਕੇ ਉਹਨਾਂ ਦਾ ਓਰੀਜਨਲ ਮਤਲਬ ਐਜ਼ ਅ ਵਰਬ ਕੁਛ ਹੋਰ ਹੁੰਦਾ ਹੈ, ਲੇਕਿਨ ਫਰੇਜ਼ਲ ਵਰਬ ਦੇ ਵਿੱਚ ਪ੍ਰੈਪੋਜੀਸ਼ਨ ਦੇ ਨਾਲ ਲੱਗ ਕੇ ਉਸਦਾ ਮਤਲਬ ਕੁਛ ਹੋਰ ਹੋ ਜਾਂਦਾ। ਹੁਣ ਰਾਈਟ ਦਾ ਮਤਲਬ ਤਾਂ ਲਿਖਣਾ ਹੁੰਦਾ, ਲੇਕਿਨ ਰਾਈਟ ਆਫ ਜਦੋਂ ਲੱਗ ਗਿਆ ਤਾਂ ਫਿਰ ਇਹਦਾ ਮਤਲਬ ਕੀ ਹੋ ਜਾਂਦਾ ਹੈ ਜੀ, ਡਿਸਮਿਸ ਜਾਂ ਕੈਂਸਲ। ਤਾਂ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਦੱਸਿਆ ਸੀ। 3-4 ਫਰੇਜ਼ਲ ਵਰਬਸ ਵੀ ਜਿਹੜੀਆਂ ਚੈਪਟਰ ਵਿੱਚ ਆਈਆਂ ਉਹ ਮੈਂ ਤੁਹਾਨੂੰ ਕਰਵਾਈਆਂ ਸੀ। ਤੀਸਰਾ ਕੁਐਸਚਨ ਹੈ ਜੀ ਕਿ ਵਟ ਟ੍ਰਿਕ ਡਿਡ ਦਾ ਮਨੀ ਲੈਂਡਰ ਕਨਿੰਗਲੀ ਪਲੇ ਟੂ ਵਿਨ ਦਾ ਗੇਮ। ਹੁਣ ਸ਼ਾਹੂਕਾਰ ਨੇ ਇਹ ਪੈਬਲ ਗੇਮ ਸਟਾਰਟ ਕੀਤੀ ਹੁੰਦੀ ਹੈ, ਲੇਕਿਨ ਉਹਦੇ ਵਿੱਚ ਤਾਂ ਹੁਣ ਮਨ 'ਚ ਤਾਂ ਉਹਦੇ ਕਪਟ ਹੈ। ਕਨਿੰਗਲੀ ਦਾ ਮਤਲਬ ਉਹ ਕਪਟੀ ਹੈ। ਅਤੇ ਉਹ ਕੀ ਕਰਦਾ, ਜਿਸ ਟਾਈਮ ਉਹ ਬੈਗ ਦੇ ਵਿੱਚ ਉਸਨੇ ਇੱਕ ਬਲੈਕ ਪੈਬਲ ਅਤੇ ਇੱਕ ਵਾਈਟ ਪੈਬਲ ਪਾਉਣਾ ਹੁੰਦਾ ਤਾਂ ਫਿਰ ਉਹ ਇੱਕ ਟ੍ਰਿਕ ਲਗਾਉਂਦਾ ਕਿ ਉਹ ਬਲੈਕ ਪੈਬਲ ਅਤੇ ਵਾਈਟ ਪੈਬਲ ਨਹੀਂ ਪਾਉਂਦਾ, ਸਗੋਂ ਦੋਨੇ ਹੀ ਬਲੈਕ ਪੈਬਲ ਪਾ ਲੈਂਦਾ। ਤਾਂ ਕੁਐਸਚਨ ਇਹੀ ਹੈ ਕਿ ਵਟ ਟ੍ਰਿਕ ਦਾ ਮਤਲਬ ਕਿਹੜੀ ਜੁਗਤ ਮਨੀ ਲੈਂਡਰ ਸ਼ਾਹੂਕਾਰ ਜੋ ਕਿ ਕਨਿੰਗਲੀ ਹੈ, ਕਨਿੰਗਲੀ ਕਪਟ ਦੇ ਤੌਰ 'ਤੇ ਗੇਮ ਨੂੰ ਜਿੱਤਣ ਦੇ ਲਈ ਖੇਡਦਾ, ਕਿਹੜੀ ਜੁਗਤ ਲਗਾਉਂਦਾ ਉਹ। ਤਾਂ ਆਪਾਂ ਦੱਸ ਚੁੱਕੇ ਹਾਂ ਆਨਸਰ, ਇਹਨੂੰ ਇੰਗਲਿਸ਼ ਕਰਦੇ ਹਾਂ। ਦਾ ਮਨੀ ਲੈਂਡਰ ਕਨਿੰਗਲੀ ਪਿਕਡ ਅਪ 2 ਬਲੈਕ ਪੈਬਲਸ ਐਂਡ ਪੁੱਟ ਦੈਮ ਇਨਟੂ ਦਾ ਬੈਗ। ਤਾਂ ਮਨੀ ਲੈਂਡਰ ਸ਼ਾਹੂਕਾਰ ਕਨਿੰਗਲੀ ਕਪਟ ਦੇ ਨਾਲ 2 ਬਲੈਕ ਪੈਬਲ ਚੱਕਦਾ, ਪਿਕਡ ਅਪ ਚੱਕਦਾ ਹੈ 2 ਬਲੈਕ ਪੈਬਲ, 2 ਕਾਲੇ ਪੱਥਰ, ਅਤੇ ਉਸ ਨੂੰ ਬੈਗ ਦੇ ਵਿੱਚ ਪਾ ਲੈਂਦਾ। ਹਾਲਾਂਕਿ ਕਰਨਾ ਕੀ ਹੁੰਦਾ ਉਸਨੇ ਇੱਕ ਵਾਈਟ ਪੈਬਲ ਚੱਕਣਾ ਹੁੰਦਾ ਹੈ ਅਤੇ ਇੱਕ ਬਲੈਕ ਪੈਬਲ ਚੱਕਣਾ ਹੁੰਦਾ, ਲੇਕਿਨ ਉਹ 2 ਬਲੈਕ ਪੈਬਲ ਚੱਕਦਾ। ਹਾਲਾਂਕਿ ਇਹ ਸਾਰੀ ਜੋ ਇਹ ਦ੍ਰਿਸ਼ ਹੁੰਦੀ ਹੈ ਜੋ ਦੇਖਣ ਦਾ ਕਿ 2 ਬਲੈਕ ਪੈਬਲਸ ਉਸਨੇ ਚੱਕ ਕੇ ਬੈਗ ਦੇ ਵਿੱਚ ਪਾਏ ਹੁੰਦੇ ਨੇ, ਇਹ ਸ਼ਾਰਪ ਆਈਡ ਗਰਲ ਜਿਹੜੀ ਹੈ ਉਹ ਦੇਖ ਲੈਂਦੀ ਹੈ। ਨੈਕਸਟ ਕੁਐਸਚਨ ਹੈ ਜੀ, 4th ਹੈ ਜੀ, ਹਾਊ ਡਿਡ ਦਾ ਗਰਲ ਇੰਟੈਲੀਜੈਂਟਲੀ ਵਿਨ। ਹੁਣ ਲੜਕੀ ਨੇ ਦੇਖ ਲਿਆ ਕਿ ਉਸਨੇ ਦੋਨੇ ਬਲੈਕ ਪੈਬਲ ਬੈਗ ਦੇ ਵਿੱਚ ਪਾਏ ਹੋਏ ਹੈ। ਹੁਣ ਬੈਗ ਦੇ ਵਿੱਚ ਉਸਨੇ ਜਦੋਂ ਹੱਥ ਪਾ ਕੇ ਬਿਨਾਂ ਦੇਖੇ ਪੈਬਲ ਕੱਢਣਾ ਹੈ ਤਾਂ ਉਹਦੇ ਹੱਥ 'ਚ ਤਾਂ ਕਾਲਾ ਪੱਥਰ ਹੀ ਆਉਣਾ, ਤਾਂ ਬੜੀ ਗੰਭੀਰ ਸਮੱਸਿਆ ਬਣ ਜਾਂਦਾ ਹੈ। ਲੇਕਿਨ ਲੜਕੀ ਬੜੀ ਹੀ ਸ਼ਾਰਪ ਆਈਡ ਵੀ ਸੀ ਅਤੇ ਨਾਲ ਇੰਟੈਲੀਜੈਂਟ ਵੀ ਸੀ। ਤਾਂ ਕੁਐਸਚਨ ਇਹੀ ਹੈ ਕਿ ਕਿਵੇਂ ਲੜਕੀ ਆਪਣੀ ਬੁੱਧੀਮਾਨੀ ਦੇ ਨਾਲ ਇਹ ਗੇਮ ਜਿੱਤ ਜਾਂਦੀ ਹੈ। ਹਾਲਾਂਕਿ ਉਸ ਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਬਹੁਤ ਹੀ ਸੀਰੀਅਸ ਹੁੰਦੀ ਹੈ, ਐਂ ਲੱਗਦਾ ਜਿਵੇਂ ਹਾਰੀ ਹੋਈ ਬਾਜ਼ੀ ਹੈ ਲੜਕੀ ਦੇ ਹੱਥ 'ਚ, ਲੇਕਿਨ ਉਹ ਆਪਣੀ ਲੇਟਰਲ ਥਿੰਕਿੰਗ ਯੂਜ਼ ਕਰਦੀ ਹੈ ਅਤੇ ਉਹ ਜਿੱਤ ਜਾਂਦੀ ਹੈ ਗੇਮ। ਤਾਂ ਆਨਸਰ ਆਪਾਂ ਨੇ ਇਸ ਦਾ ਇਹੀ ਦੇਣਾ ਹੈ। ਤਾਂ ਆਨਸਰ ਹੈ ਜੀ, ਦਾ ਗਰਲ ਟੁਕ ਆਊਟ ਅ ਪੈਬਲ ਫਰੋਮ ਦਾ ਬੈਗ। ਹੁਣ ਜਿਹੜੀ ਲੜਕੀ ਹੈ ਉਹ ਬੈਗ ਦੇ ਵਿੱਚੋਂ, ਥੈਲੇ ਦੇ ਵਿੱਚੋਂ ਇੱਕ ਪੈਬਲ ਕੱਢਦੀ ਹੈ। ਉਹਨੇ ਬਿਨਾਂ ਦੇਖੇ ਕੱਢਣਾ ਹੁੰਦਾ, ਉਹ ਕੱਢ ਲੈਂਦੀ ਹੈ। ਸ਼ੀ ਲੈਟ ਇਟ ਡਰੋਪ ਔਨ ਦਾ ਪਾਥ, ਪਰ ਉਹ ਇਸ ਨੂੰ ਗਿਰਾ ਦਿੰਦੀ ਹੈ। ਇਟ ਦਾ ਮਤਲਬ ਇੱਥੇ ਪੈਬਲ ਤੋਂ ਹੈ ਕਿ ਜਿਹੜਾ ਪੈਬਲ ਉਸਨੇ ਕੱਢਿਆ ਹੋਇਆ ਉਸ ਨੂੰ ਉਹ ਰਸਤੇ ਦੇ ਉੱਪਰ, ਜਿਸ ਰਸਤੇ ਦੇ ਉੱਪਰ ਖੜੇ ਹੁੰਦੇ ਨੇ ਤਿੰਨੇ ਜਣੇ, ਉਸ ਦੇ ਉੱਪਰ ਗਿਰਾ ਦਿੰਦੀ ਹੈ। ਗਿਰਾਉਂਦੀ ਵੀ ਇਸ ਤਰੀਕੇ ਦੇ ਨਾਲ ਹੈ ਕਿ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉਹ ਜਿਹੜਾ ਪੱਥਰ ਗਿਰਿਆ ਉਸਦੇ ਹੱਥੋਂ ਉਸਦਾ ਰੰਗ ਕੀ ਹੈ। ਮਤਲਬ ਹਾਲਾਂਕਿ ਉਸ ਨੂੰ ਤਾਂ ਪਤਾ ਹੁੰਦਾ ਹੈ ਸ਼ਾਹੂਕਾਰ ਨੂੰ, ਲੇਕਿਨ ਉਹ ਇਸ ਤਰ੍ਹਾਂ ਕਰਦੀ ਹੈ ਕਿ ਕਿਸੇ ਨੂੰ ਪਤਾ ਨਾ ਚੱਲੇ ਜਾਂ ਮੈਨੂੰ ਵੀ ਪਤਾ ਨਾ ਚੱਲੇ ਕਿ ਮੇਰੇ ਦੁਆਰਾ ਜਿਹੜਾ ਪੱਥਰ ਗਿਰਿਆ ਉਹਦਾ ਰੰਗ ਕੀ ਹੈ। ਅਤੇ ਜਦੋਂ ਪੱਥਰ ਨੀਚੇ ਗਿਰਦਾ ਤਾਂ ਕਿਉਂਕਿ ਉੱਥੇ ਬਹੁਤ ਸਾਰੇ
ਉਸ ਰਸਤੇ ਦੇ ਉੱਪਰ ਪੱਥਰ ਹੁੰਦੇ ਨੇ, ਪੈਬਲ ਸਟਰੂਨ ਪਾਥ ਹੁੰਦਾ ਤਾਂ ਉਹਦੇ ਵਿੱਚ ਹੀ ਉਹ ਪੱਥਰ ਮਿਕਸ ਹੋ ਜਾਂਦਾ ਤਾਂ ਦੇਅਰ ਇਟ ਵਾਜ਼ ਲੋਸਟ ਅਮੰਗ ਆਲ ਦੀ ਅਦਰ ਪੈਬਲਸ। ਫਿਰ ਉੱਥੇ ਇਟ ਦਾ ਮਤਲਬ ਉਹੀ ਪੈਬਲ ਜਿਹੜਾ ਹੁੰਦਾ ਹੈ ਉਹ ਲੋਸਟ ਗੁੰਮ ਜਾਂਦਾ ਹੈ ਐਮੰਗ ਆਲ ਦੀ ਅਦਰ ਪੈਬਲਸ, ਬਾਕੀ ਪੈਬਲਸ ਦੇ ਵਿੱਚ, ਬਾਕੀ ਪੱਥਰਾਂ ਦੇ ਵਿੱਚ, ਕਿਉਂਕਿ ਪਥਰੀਲੀ ਸੜਕ ਹੁੰਦੀ ਹੈ ਅਤੇ ਪੱਥਰਾਂ ਦੀ ਸੜਕ ਬਣੀ ਹੁੰਦੀ ਹੈ ਤਾਂ ਕਾਫੀ ਸਾਰੇ ਪੱਥਰ ਹੁੰਦੇ ਨੇ ਕਾਲੇ ਚਿੱਟੇ, ਤਾਂ ਉਹਨਾਂ ਦੇ ਵਿੱਚ ਹੀ ਉਹ ਗੁੰਮ ਜਾਂਦਾ ਹੈ। ਸ਼ੀ ਸੈਡ ਦੈਟ ਇਟ ਮਸਟ ਬੀ ਦਾ ਵਾਈਟ ਪੈਬਲ ਐਜ਼ ਦਾ ਬੈਗ ਹੈਜ਼ ਦਾ ਬਲੈਕ ਪੈਬਲ। ਤਾਂ ਹੁਣ ਉਹ ਜਦੋਂ ਪੱਥਰ ਗਿਰ ਜਾਂਦਾ ਤਾਂ ਫਿਰ ਉਹ ਥੋੜ੍ਹਾ ਜਿਹਾ ਡਰਾਮਾ ਕਰਕੇ ਲੜਕੀ ਕਹਿੰਦੀ ਹੈ ਕਿ ਉਹ ਮੈਂ ਤਾਂ ਕਿੰਨੀ ਭੈੜੀ ਹੈ, ਮੇਰੇ ਤੋਂ ਪੱਥਰ ਨਹੀਂ ਸਾਂਭਿਆ ਗਿਆ, ਗਿਰ ਗਿਆ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਰੰਗ ਕਿਹੜਾ ਰੰਗ ਸੀ। ਅਤੇ ਫਿਰ ਉਹ ਕਹਿੰਦੀ ਹੈ ਕਿ ਇਹ ਜਿਹੜਾ ਪੱਥਰ ਇਟ ਦਾ ਮਤਲਬ ਉਹੀ ਪੱਥਰ ਮਸਟ ਬੀ ਦਾ ਵਾਈਟ ਪੈਬਲ, ਕਿ ਇਹ ਤਾਂ ਵਾਈਟ ਹੋਏਗਾ, ਇਹ ਤਾਂ ਚਿੱਟੇ ਰੰਗ ਦਾ ਪੱਥਰ ਹੋਏਗਾ, ਕਿਉਂਕਿ ਬੈਗ ਦੇ ਵਿੱਚ ਤਾਂ ਹੁਣ ਕਾਲਾ ਪੱਥਰ ਰਹਿ ਗਿਆ, ਬੈਗ ਦੇ ਵਿੱਚ ਤਾਂ ਹੁਣ ਕਾਲਾ ਪੱਥਰ ਹੈ, ਇਹਦਾ ਮਤਲਬ ਮੇਰੇ ਤੋਂ ਜਿਹੜਾ ਪੱਥਰ ਗਿਰਿਆ ਉਹ ਵਾਈਟ ਪੱਥਰ ਗਿਰਿਆ ਸੀ, ਹਾਲਾਂਕਿ ਮੈਨੂੰ ਪਤਾ ਨਹੀਂ ਲੱਗਿਆ ਕਿਹੜਾ ਗਿਰਿਆ। ਤਾਂ ਉੱਥੇ ਉਹ ਗੇਮ ਜਿੱਤ ਜਾਂਦੀ ਹੈ, ਕਿਉਂਕਿ ਹੁਣ ਜਿਹੜਾ ਸ਼ਾਹੂਕਾਰ ਹੈ ਉਹ ਤਾਂ ਇਹ ਕਹਿ ਨਹੀਂ ਸਕਦਾ ਕਿ ਮੈਨੇ ਦੋਨੇ ਕਾਲੇ ਪੱਥਰ ਪਾਏ ਸੀਗੇ ਬੈਗ 'ਚ, ਉਹ ਤਾਂ ਇਹੀ ਕਹੂਗਾ ਕਿ ਮੈਨੇ ਤਾਂ ਇੱਕ ਚਿੱਟਾ ਪਾਇਆ ਸੀ, ਇੱਕ ਕਾਲਾ ਪਾਇਆ ਸੀ। ਅਤੇ ਹੁਣ ਉਸ ਲੜਕੀ ਤੋਂ ਇੱਕ ਪੱਥਰ ਗਿਰ ਗਿਆ ਅਤੇ ਹੁਣ ਉਹ ਕਹਿ ਰਹੀ ਹੈ ਕਿ ਮੇਰੇ ਤੋਂ ਤਾਂ ਡੈਫੀਨੇਟਲੀ ਵਾਈਟ ਪੱਥਰ ਨੀਚੇ ਗਿਰਿਆ ਹੋਊਗਾ, ਮੈਨੇ ਵਾਈਟ ਪੱਥਰ ਹੀ ਚੱਕਿਆ ਹੋਊਗਾ ਬੈਗ 'ਚੋਂ, ਕਿਉਂਕਿ ਕਾਲਾ ਪੱਥਰ ਤਾਂ ਬੈਗ 'ਚ ਪਿਆ। ਤਾਂ ਕਿਉਂਕਿ ਲੜਕੀ ਨੇ ਵਾਈਟ ਪੱਥਰ ਚੱਕਿਆ ਤਾਂ ਇਸ ਕਰਕੇ ਹੁਣ ਉਸ ਨੂੰ ਸ਼ਾਦੀ ਕਰਾਉਣ ਦੀ ਸ਼ਾਹੂਕਾਰ ਨਾਲ ਲੋੜ ਨਹੀਂ, ਅਤੇ ਨਾਲੇ ਉਸਦੇ ਪਿਤਾ ਦਾ ਕਰਜ਼ਾ ਵੀ ਮਾਫ ਹੋ ਗਿਆ। ਤਾਂ ਆਪਣੀ ਇੰਟੈਲੀਜੈਂਸੀ ਦੇ ਨਾਲ ਉਹ ਇੱਕ ਹਾਰੀ ਹੋਈ ਬਾਜ਼ੀ ਜਿੱਤ ਲੈਂਦੀ ਹੈ। 5th ਕੁਐਸਚਨ ਹੈ ਜੀ ਕਿ ਵਟ ਡੂ ਯੂ ਅੰਡਰਸਟੈਂਡ ਬਾਏ ਦਾ ਟਰਮ ਲੇਟਰਲ ਥਿੰਕਿੰਗ ਆਫਟਰ ਰੀਡਿੰਗ ਦਾ ਚੈਪਟਰ। ਹੁਣ ਪੂਰਾ ਚੈਪਟਰ ਪੜ੍ਹਨ ਤੋਂ ਬਾਅਦ, ਆਫਟਰ ਰੀਡਿੰਗ ਦਾ ਚੈਪਟਰ ਪਾਠ ਪੜ੍ਹਨ ਤੋਂ ਬਾਅਦ ਸਾਨੂੰ ਲੇਟਰਲ ਥਿੰਕਿੰਗ ਦੇ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ, ਵਟ ਡੂ ਵੀ ਅੰਡਰਸਟੈਂਡ, ਸਾਨੂੰ ਕੀ ਸਮਝ ਆਉਂਦੀ ਹੈ ਕਿ ਲੇਟਰਲ ਥਿੰਕਿੰਗ ਹੈ ਕੀ ਹੈ। ਤਾਂ ਲੇਟਰਲ ਥਿੰਕਿੰਗ ਇਹੀ ਹੈ ਜੀ ਕਿ ਲੇਟਰਲ ਥਿੰਕਿੰਗ ਇਜ਼ ਦਾ ਕ੍ਰੀਏਟਿਵ ਥਿੰਕਿੰਗ। ਤਾਂ ਇਹ ਇੱਕ ਉਸਾਰੂ ਸੋਚ ਹੈ। ਕ੍ਰੀਏਟਿਵ ਦਾ ਮਤਲਬ ਕੀ ਹੁੰਦਾ ਹੈ, ਉਸਾਰੂ ਸੋਚ ਹੈ, ਅਤੇ ਨੌਨ ਲੀਨੀਅਰ ਥਿੰਕਿੰਗ ਹੈ। ਇਹ ਨੌਨ ਲੀਨੀਅਰ ਥਿੰਕਿੰਗ ਹੈ। ਮੈਂ ਤੁਹਾਨੂੰ ਚੈਪਟਰ ਦੇ ਵਿੱਚ ਬੜਾ ਡਿਟੇਲ 'ਚ ਐਕਸਪਲੇਨ ਕਰਾਇਆ ਸੀ ਕਿ ਸਾਡੇ ਸਾਰਿਆਂ ਦੀ ਸੋਚ ਨਾ ਇੱਕ ਸਟ੍ਰੇਟ ਲਾਈਨ ਵਰਗੀ ਹੁੰਦੀ ਹੈ, ਅਸੀਂ ਸਾਰੇ ਜਣੇ ਉਵੇਂ ਹੀ ਸੋਚਦੇ ਹਾਂ ਜਿਵੇਂ ਆਹ ਲਾਈਨਸ ਹੈ, ਲੇਕਿਨ ਇਹ ਨੌਨ ਲੀਨੀਅਰ ਹੈ। ਇਹ ਨੌਨ ਲੀਨੀਅਰ ਹੈ, ਇਹ ਮਤਲਬ ਇਹ ਸਟ੍ਰੇਟ ਲਾਈਨ ਨਹੀਂ ਹੈ, ਥੋੜ੍ਹਾ ਜਿਹਾ ਸਾਨੂੰ ਅਲੱਗ ਹੋ ਕੇ ਅਸੀਂ ਸੋਚਦੇ ਹਾਂ ਲੇਟਰਲ ਥਿੰਕਿੰਗ ਦੇ ਵਿੱਚ, ਜਿਵੇਂ ਉਸ ਲੜਕੀ ਨੇ ਸੋਚਿਆ ਸੀ। ਨੌਨ ਲੀਨੀਅਰ ਥਿੰਕਿੰਗ ਹੈ ਇਹ। ਦੇਖੋ ਇਹ ਲੀਨੀਅਰ ਹੈ, ਲੇਕਿਨ ਆਹ ਵਾਲੀ ਜਿਹੜੀ ਥਿੰਕਿੰਗ ਹੈ ਇਹ ਨੌਨ ਲੀਨੀਅਰ ਹੈ। ਤਾਂ ਇਟ ਇਜ਼ ਥਿੰਕਿੰਗ ਡਿਫਰੈਂਟਲੀ। ਤਾਂ ਇਹ ਇੱਕ ਡਿਫਰੈਂਟ ਤਰੀਕੇ ਨਾਲ ਸੋਚਣਾ, ਅਲੱਗ ਤਰੀਕੇ ਨਾਲ ਸੋਚ ਹੁੰਦੀ ਹੈ। ਔਰ ਡੂਇੰਗ ਸਮਥਿੰਗ ਡਿਫਰੈਂਟ, ਜਾਂ ਅਸੀਂ ਕੁਛ ਐਸਾ ਕਰੀਏ ਜੋ ਅਲੱਗ ਹੋਵੇ, ਸੋਚੀਏ ਅਲੱਗ, ਕਰੀਏ ਅਲੱਗ। ਤਾਂ ਇਹ ਚੀਜ਼ ਕੀ ਹੈ ਸਾਡੀ ਲੇਟਰਲ ਥਿੰਕਿੰਗ। ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਮੈਂ ਕਹੂੰਗਾ ਕਿ ਚੈਪਟਰ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ 5th ਕੁਐਸਚਨ ਹੈ, ਪੇਪਰ 'ਚ ਆਉਣ ਦੇ ਇਸਦੇ ਬਹੁਤ ਜ਼ਿਆਦਾ ਚਾਂਸਿਸ ਹੈ। ਨੈਕਸਟ ਕੁਐਸਚਨ ਹੈ ਜੀ 6th ਕਿ ਵਟ ਵਾਜ਼ ਐਡਵਰਡ ਡੇ ਬੋਨੋਜ਼ ਨੋਸ਼ਨ ਅਬਾਊਟ ਲੇਟਰਲ ਥਿੰਕਿੰਗ। ਐਡਵਰਡ ਡੇ ਬੋਨੋ ਤੁਹਾਨੂੰ ਪਤਾ ਹੈ ਸਾਡੇ ਇਸ ਚੈਪਟਰ ਦੇ ਰਾਈਟਰ ਹੈ। ਤਾਂ ਉਹਨਾਂ ਦੇ ਮੁਤਾਬਕ ਲੇਟਰਲ ਥਿੰਕਿੰਗ ਪ੍ਰਤੀ ਉਹਨਾਂ ਦਾ ਕੀ ਨੋਸ਼ਨ ਹੈ। ਨੋਸ਼ਨ ਦਾ ਮਤਲਬ ਹੁੰਦਾ ਹੈ ਆਈਡੀਆ, ਜਿਸ ਨੂੰ ਅਸੀਂ ਪੰਜਾਬੀ 'ਚ ਵਿਚਾਰ ਕਹਿੰਦੇ ਹਾਂ। ਤਾਂ ਉਹ ਲੇਟਰਲ ਥਿੰਕਿੰਗ ਬਾਰੇ ਆਪਣੇ ਵਿਚਾਰ ਕੀ ਰੱਖਦੇ ਹਨ। ਤਾਂ ਅਕੋਰਡਿੰਗ ਟੂ ਐਡਵਰਡ ਡੇ ਬੋਨੋ ਦੇ ਮੁਤਾਬਕ ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ, ਕਿ ਜਿਹੜੀ ਇੰਟੈਲੀਜੈਂਸ ਹੈ ਨਾ, ਮਤਲਬ ਅਕਲ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਇੱਕ ਸਮਰੱਥਾ ਹੈ। ਪੋਟੈਂਸ਼ੀਅਲ ਦਾ ਮਤਲਬ ਹੁੰਦਾ ਹੈ ਜੀ ਸਮਰੱਥਾ। ਤਾਂ ਅਕਲ ਹੋਣੀ ਇੱਕ ਸਮਰੱਥਾ ਹੈ ਜਿਹੜੀ ਸਾਡੇ ਸਾਰਿਆਂ ਕੋਲ ਹੁੰਦੀ ਹੈ। ਦੈਟ ਆਲ ਆਫ ਅਸ ਹੈਵ, ਸਾਡੇ ਸਾਰਿਆਂ ਕੋਲ ਇੰਟੈਲੀਜੈਂਸ ਨਾਂ ਦੀ ਪੋਟੈਂਸ਼ੀਅਲ ਹੁੰਦੀ ਹੈ, ਅਕਲ ਨਾਂ ਦੀ ਸਮਰੱਥਾ ਸਾਡੇ ਸਾਰਿਆਂ ਕੋਲ ਹੁੰਦੀ ਹੈ। ਐਂਡ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ। ਅਤੇ ਥਿੰਕਿੰਗ ਕੀ ਹੈ, ਇਹ ਇੱਕ ਸਕਿੱਲ ਹੈ। ਸਕਿੱਲ ਦਾ ਮਤਲਬ ਹੁਨਰ। ਇਹ ਇੱਕ ਅਜਿਹੀ ਹੁਨਰ ਹੈ ਜਿਸ ਦੇ ਨਾਲ ਅਸੀਂ ਇਹ ਵਾਲੀ ਸਮਰੱਥਾ ਨੂੰ ਚੰਗੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਕਿਹੜੀ ਸਮਰੱਥਾ? ਇੰਟੈਲੀਜੈਂਸ ਨੂੰ। ਤਾਂ ਥਿੰਕਿੰਗ ਅਤੇ ਇੰਟੈਲੀਜੈਂਸ, ਤਾਂ ਇਹ ਪੂਰੇ ਲਾਈਨਾਂ ਤੋਂ ਸਾਨੂੰ ਇਹ ਕਲੀਅਰ ਹੁੰਦਾ ਹੈ ਕਿ ਥਿੰਕਿੰਗ ਜੇਕਰ ਸਾਡੀ ਅੱਛੀ ਹੈ, ਜੇ ਸਾਡੇ ਕੋਲ ਥਿੰਕਿੰਗ ਦਾ ਹੁਨਰ ਹੈ, ਤਾਂ ਅਸੀਂ ਇੰਟੈਲੀਜੈਂਸ ਯੂਜ਼ ਕਰ ਸਕਦੇ ਹਾਂ ਵਧੀਆ ਤਰੀਕੇ ਨਾਲ। 7th ਕੁਐਸਚਨ ਹੈ ਜੀ ਕਿ ਵਾਈ ਡਿਡ ਦਾ ਮਿਲੀਅਨੀਅਰ ਨਾਟ ਰਿਵੀਲ ਦਾ ਫੈਕਟ ਆਫ ਹਿਜ਼ ਅਫਲੂਐਂਸ ਟੂ ਦਾ ਬੈਂਕ ਓਫੀਸ਼ੀਅਲਸ। ਤਾਂ ਤੁਹਾਨੂੰ ਪਤਾ ਹੈ ਕਿ ਇਸ ਚੈਪਟਰ ਦੇ ਵਿੱਚ ਐਡਵਰਡ ਡੇ ਬੋਨੋ ਸਾਨੂੰ 2 ਸਟੋਰੀ ਸੁਣਾਉਂਦੇ हैं। ਜਿਹੜੀ ਦੂਸਰੀ ਸਟੋਰੀ ਹੈ ਉਹ USA ਦੇ ਸ਼ਹਿਰ ਨਿਊਯਾਰਕ ਦੀ ਹੈ, ਜਿਸ ਵਿੱਚ ਇੱਕ ਥੋਮਸ ਨਾਮ ਦਾ ਮਿਲੀਅਨੀਅਰ ਹੈ ਜੋ ਕਿ ਬੈਂਕ ਦੇ ਵਿੱਚ ਕਰਜ਼ਾ ਲੈਣ ਆਉਂਦਾ। ਤਾਂ ਜਦੋਂ ਕਰਜ਼ਾ ਲੈਣ ਆਉਂਦਾ ਤਾਂ ਉਸ ਦੇ ਬਾਰੇ ਕੁਐਸਚਨ ਹੈ ਕਿ ਵਾਈ ਦਾ ਮਤਲਬ ਕਿਉਂ ਉਸ ਕਰੋੜਪਤੀ ਨੇ, ਮਿਲੀਅਨੀਅਰ ਮਤਲਬ ਉਹੀ ਥੋਮਸ ਨੂੰ ਕਿਹਾ ਗਿਆ, ਉਸਨੇ ਇਹ ਤੱਥ, ਫੈਕਟ ਦਾ ਮਤਲਬ ਇਹ ਸੱਚਾਈ ਰਿਵੀਲ ਕਿਉਂ ਨਹੀਂ ਕੀਤੀ, ਕਿਉਂ ਨਹੀਂ ਦੱਸੀ ਕਾਸ ਦੇ ਬਾਰੇ, ਆਪਣੀ ਅਫਲੂਐਂਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ। ਅਫਲੂਐਂਸ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ
ਜਿਸ ਦੇ ਕੋਲੇ ਪ੍ਰਾਪਰਟੀ ਹੋਵੇ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਹੀ ਜ਼ਿਆਦਾ ਅਮੀਰ ਹੋਵੇ। ਤਾਂ ਉਸਨੇ ਇਹ ਵਾਲੀ ਗੱਲ ਨੂੰ ਕਿਉਂ ਨਹੀਂ ਜ਼ਾਹਿਰ ਕੀਤਾ ਬੈਂਕ ਆਫੀਸ਼ੀਅਲਸ ਨੂੰ? ਬੈਂਕ ਆਫੀਸ਼ੀਅਲਸ ਦਾ ਮਤਲਬ ਬੈਂਕ ਦੇ ਅਧਿਕਾਰੀਆਂ ਨੂੰ ਇਹ ਉਸਨੇ ਗੱਲ ਕਿਉਂ ਨਹੀਂ ਦੱਸੀ ਕਿ ਮੈਂ ਇੰਨਾ ਅਮੀਰ ਹਾਂ? ਤਾਂ ਆਨਸਰ ਹੈ ਜੀ, ਦਾ ਮਿਲੀਅਨੇਅਰ ਵਾਂਟਿਡ ਟੂ ਪਾਰਕ ਹਿਜ਼ ਫੈਰਾਰੀ ਕਾਰ ਸੇਫਲੀ ਐਟ ਅ ਚੀਪ ਪ੍ਰਾਈਸ। ਹੁਣ ਜਿਹੜਾ ਮਿਲੀਅਨੇਅਰ ਹੈ ਉਹੀ ਥਾਮਸ, ਉਹ ਚਾਹੁੰਦਾ ਸੀ ਕਿ ਆਪਣੀ ਫੈਰਾਰੀ ਕਾਰ ਨੂੰ ਪਾਰਕ ਕਰੇ ਸੇਫਲੀ, ਸੁਰੱਖਿਅਤ ਤਰੀਕੇ ਦੇ ਨਾਲ, ਇੱਕ ਚੀਪ ਪ੍ਰਾਈਸ 'ਤੇ। ਚੀਪ ਪ੍ਰਾਈਸ ਮਤਲਬ ਸਸਤੇ ਜਿਹੇ ਪ੍ਰਾਈਸ 'ਤੇ ਉਹ ਪਾਰਕ ਕਰੇ। ਉਸਨੇ ਫੈਰਾਰੀ ਕਾਰ ਨਵੀਂ ਲਈ ਸੀ, ਉਹ ਚਾਹੁੰਦਾ ਸੀ ਕਿ ਮੈਂ ਬਹੁਤੇ ਪੈਸੇ ਨਾ ਦੇਵਾਂ ਪਾਰਕ ਕਰਨ ਦੇ, ਥੋੜ੍ਹੇ ਪੈਸੇ ਦੇਵਾਂ। ਬਿਜ਼ਨਸਮੈਨ ਹੈ, ਉਸ ਤਰੀਕੇ ਨਾਲ ਸੋਚਦਾ ਹੈ। ਦ ਬੈਂਕ ਆਫਿਸਰਸ ਮਾਈਟ ਨੋਟ ਹੈਵ ਸੈਂਕਸ਼ਨ ਦਾ ਲੋਨ ਇਫ ਦੇ ਕਮ ਟੂ ਨੋ ਅਬਾਊਟ ਹਿਜ਼ ਅਫਲੂਐਂਸ। ਹੁਣ ਜੇਕਰ ਬੈਂਕ ਆਫਿਸਰਸ ਨੂੰ ਪਤਾ ਲੱਗ ਜਾਂਦਾ ਤਾਂ ਉਹ ਮਾਈਟ ਨੋਟ ਹੈਵ ਸੈਂਕਸ਼ਨ ਦਾ ਲੋਨ, ਤਾਂ ਸ਼ਾਇਦ ਉਹ ਲੋਨ ਨੂੰ ਮਨਜ਼ੂਰ ਨਾ ਕਰਦੇ। ਸੈਂਕਸ਼ਨ ਦਾ ਮਤਲਬ ਹੁੰਦਾ ਹੈ ਮਨਜ਼ੂਰ ਕਰਨਾ, ਕਿ ਜੇਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਫ ਦੇ ਕਮ ਟੂ ਨੋ ਅਬਾਊਟ ਹਿਜ਼ ਅਫਲੂਐਂਸ, ਜੇਕਰ ਉਹਨਾਂ ਨੂੰ ਦੇ ਕਮ ਟੂ ਨੋ, ਉਹਨਾਂ ਨੂੰ ਪਤਾ ਲੱਗਦਾ ਅਬਾਊਟ ਹਿਜ਼ ਅਫਲੂਐਂਸ, ਅਫਲੂਐਂਸ ਉਹੀ ਕਿ ਉਸ ਦੇ ਅਮੀਰ ਹੋਣ ਦਾ ਪਤਾ ਲੱਗ ਜਾਂਦਾ, ਤਾਂ ਸ਼ਾਇਦ ਬੈਂਕ ਆਫਿਸਰਸ ਉਸ ਦੇ ਲੋਨ ਨੂੰ ਸੈਂਕਸ਼ਨ ਨਾ ਕਰਦੇ। ਇਸ ਕਰਕੇ ਥਾਮਸ ਨੇ, ਮਿਲੀਅਨੇਅਰ ਨੇ, ਇਹ ਨਹੀਂ ਦੱਸਿਆ ਬੈਂਕ ਆਫੀਸ਼ੀਅਲਸ ਨੂੰ ਕਿ ਮੈਂ ਬਹੁਤ ਹੀ ਜ਼ਿਆਦਾ ਅਮੀਰ ਪਰਸਨ ਹੈ ਨਿਊਯਾਰਕ ਸਿਟੀ ਦਾ। 8th ਕੁਐਸਚਨ ਹੈ ਜੀ ਕਿ ਵਾਈ ਵਾਜ਼ ਦਾ ਲੋਨ ਆਫਿਸਰ ਅਮੇਜ਼ਡ ਟੂ ਨੋ ਦੈਟ ਥਾਮਸ ਹੈਡ ਬੋਰੋਡ ਅ ਲੋਨ ਫॉर $5000। ਵਾਈ ਦਾ ਮਤਲਬ ਕਿਉਂ? ਹਮੇਸ਼ਾ ਮੈਂ ਕਹਿਣਾ ਹੁੰਦਾ ਕਿ ਜਿਹੜਾ ਪਹਿਲਾ ਵਰਡ ਹੈ ਉਸ ਦੇ ਜ਼ਰੂਰ ਧਿਆਨ ਦਿਆ ਕਰੋ। ਵਾਈ ਦਾ ਮਤਲਬ ਕਿਉਂ? ਕਿਉਂ ਲੋਨ ਆਫਿਸਰ ਅਮੇਜ਼, ਹੈਰਾਨ ਹੋ ਗਿਆ। ਅਮੇਜ਼ ਦਾ ਮਤਲਬ ਹੁੰਦਾ ਹੈ ਜੀ ਹੈਰਾਨ ਹੋਣਾ। ਤਾਂ ਹੈਰਾਨ ਹੋ ਗਿਆ ਇਹ ਜਾਣ ਕੇ ਕਿ ਥੋਮਸ ਨੇ $5000 ਦਾ ਲੋਨ ਲਿਆ ਹੈ ਬੈਂਕ ਤੋਂ ਉਧਾਰਾ। ਬੋਰੋ ਦਾ ਮਤਲਬ ਉਧਾਰ ਲੈਣਾ। ਤਾਂ ਇਹ ਜਾਣ ਕੇ ਕਿਉਂ ਹੈਰਾਨ ਹੋਇਆ? ਹਾਲਾਂਕਿ ਉਹਨਾਂ ਨੇ $5000 ਦੇ ਲੋਨ ਕਈਆਂ ਨੂੰ ਦਿੱਤੇ ਹੋਣਗੇ, ਲੇਕਿਨ ਥੋਮਸ ਪ੍ਰਤੀ ਉਹ ਕਿਉਂ ਹੈਰਾਨ ਹੋਇਆ? ਤਾਂ ਆਨਸਰ ਇਹ ਹੈ ਜੀ ਕਿ ਦਾ ਲੋਨ ਆਫਿਸਰ ਫਾਊਂਡ ਆਊਟ ਦੈਟ ਥੋਮਸ ਵਾਜ਼ ਵਨ ਆਫ ਦਾ ਰਿਚੈਸਟ ਪਰਸਨਸ ਇਨ ਅਮੈਰੀਕਾ। ਤਾਂ ਜਦੋਂ ਲੋਨ ਲੈ ਕੇ ਥੋਮਸ ਜਾ ਚੁੱਕਿਆ ਸੀ, ਤਾਂ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਹੈ ਕਿ ਵੈਲਿਡਿਟੀ ਨੂੰ ਕਰਨ ਦੇ ਲਈ ਉਹ ਸਾਰੇ ਡਾਕੂਮੈਂਟਸ ਚੈੱਕ ਕਰਦੇ ਹੈ, ਤਾਂ ਲੋਨ ਆਫਿਸਰ ਨੂੰ ਇਹ ਪਤਾ ਲੱਗਿਆ ਕਿ ਥੋਮਸ ਅਮਰੀਕਾ ਦਾ ਵਨ ਆਫ ਦਾ ਰਿਚੈਸਟ ਪਰਸਨਸ ਹੈ, ਅਮੀਰ ਆਦਮੀਆਂ ਦੇ ਵਿੱਚੋਂ ਇੱਕ ਹੈ USA ਦੇ। ਤਾਂ ਹੀ ਵਾਜ਼ ਅਮੇਜ਼ਡ, ਇੱਥੇ ਹੀ ਦਾ ਮਤਲਬ ਲੋਨ ਆਫਿਸਰ ਤੋਂ ਹੈ ਕਿ ਹੀ ਵਾਜ਼ ਅਮੇਜ਼ਡ ਦੈਟ ਥੋਮਸ ਹੈਡ ਬੋਰੋਡ ਅ ਲੋਨ ਆਫ $5000 ਓਨਲੀ, ਕਿ ਥੋਮਸ ਨੇ ਸਿਰਫ $5000 ਹੀ ਲੋਨ ਲਿਆ। ਅਮੀਰ ਲੋਕ ਤਾਂ ਵੱਡੇ ਵੱਡੇ ਲੋਨ ਲੈਂਦੇ ਹਨ ਜੇ ਉਹਨਾਂ ਨੂੰ ਬਿਜ਼ਨਸ ਦੇ ਲਈ ਜ਼ਰੂਰਤ ਹੁੰਦੀ ਹੈ, ਤਾਂ ਉਸਨੇ $5000 ਹੀ ਕਿਉਂ ਲਏ? ਤਾਂ ਇਸ ਗੱਲ 'ਤੇ ਲੋਨ ਅਫਸਰ ਬੜਾ ਹੈਰਾਨ ਹੋਇਆ। 9th ਕੁਐਸਚਨ ਹੈ ਕਿ ਵਟ ਵਾਜ਼ ਦਾ ਮਿਲੀਅਨੇਅਰਸ ਟ੍ਰਿਕ ਇਨ ਬੋਰੋਇੰਗ ਦਾ ਲੋਨ। ਹੁਣ ਮਿਲੀਅਨੇਅਰ ਦਾ ਮਤਲਬ ਉਹੀ ਥੋਮਸ ਹੈ ਜੀ, ਕਿ ਥੋਮਸ ਦੀ ਕਿਹੜੀ ਟ੍ਰਿਕ ਸੀ, ਕਿਹੜੀ ਉਸ ਦੀ ਜੁਗਤ ਸੀ ਲੋਨ ਨੂੰ ਬੋਰੋ ਕਰਨ ਲਈ? ਤਾਂ ਉਸਨੇ ਟ੍ਰਿਕ ਕੀ ਲਗਾਈ ਸੀ? ਤਾਂ ਆਨਸਰ ਹੈ ਜੀ ਕਿ ਥੋਮਸ ਪੇਡ ਓਨਲੀ $15 ਟੂ ਪਾਰਕ ਹਿਜ਼ ਫੈਰਾਰੀ ਕਾਰ ਇਨ ਦਾ ਬੈਂਕ ਗਰਾਜ ਫॉर 2 ਵੀਕਸ। ਤਾਂ ਥੋਮਸ ਨੇ ਸਿਰਫ $15 ਪੇ ਕੀਤੇ ਆਪਣੀ ਫੈਰਾਰੀ ਕਾਰ ਨੂੰ ਪਾਰਕ ਕਰਨ ਲਈ ਬੈਂਕ ਦੇ ਗਰਾਜ ਦੇ ਵਿੱਚ 2 ਹਫ਼ਤਿਆਂ ਲਈ। ਇਹੀ ਉਹਨੇ ਟ੍ਰਿਕ ਲਗਾਈ। ਹੁਣ 2 ਹਫ਼ਤਿਆਂ ਲਈ ਜਾਂ ਤਾਂ ਉਹ ਗੱਡੀ ਆਪਣੀ ਘਰੇ ਖੜਾ ਕੇ ਜਾਂਦਾ, ਜਿਸ ਦੀ ਸ਼ਾਇਦ ਉਹਨੂੰ ਚੋਰੀ ਹੋਣ ਦਾ ਡਰ ਸੀ, ਜਾਂ ਕਿਤੇ ਹੋਰ ਖੜਾਉਂਦਾ, ਕਿਸੇ ਪਾਰਕ ਕਿਤੇ ਹੋਰ ਜਗ੍ਹਾ ਪਾਰਕ ਕਰਦਾ, ਤਾਂ ਉਹਨੂੰ ਐਂ ਲੱਗਦਾ ਸੀ ਕਿ ਸ਼ਾਇਦ ਮੇਰੀ ਫੈਰਾਰੀ ਕਾਰ ਦਾ ਕੋਈ ਨੁਕਸਾਨ ਹੋ ਸਕਦਾ। ਲੇਕਿਨ ਬੈਂਕ ਦੇ ਵਿੱਚ ਉਸ ਨੂੰ ਐਂ ਲੱਗਿਆ ਕਿ ਮੇਰੀ ਕਾਰ ਜ਼ਿਆਦਾ ਸੁਰੱਖਿਅਤ ਰਹੂਗੀ, ਤਾਂ ਉਹ 2 ਹਫ਼ਤਿਆਂ ਦੇ ਲਈ ਆਪਣੀ ਗੱਡੀ ਖੜਾ ਗਿਆ ਅਤੇ ਉਸ ਨੂੰ ਸਿਰਫ $15 ਪੇ ਕਰਨੇ ਪਏ। ਇਹੀ ਉਸ ਦੀ ਟ੍ਰਿਕ ਸੀ। ਤਾਂ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੇ ਕੁਐਸਚਨ ਸਮਝ ਲਏ ਹੋਣਗੇ। ਤੁਸੀਂ ਇਹ ਸਾਰੇ ਕੁਐਸਚਨ ਆਨਸਰਸ ਆਪਣੀਆਂ ਫੇਅਰ ਨੋਟਬੁੱਕਸ 'ਤੇ ਜ਼ਰੂਰ ਨੋਟ ਕਰੋ। ਜਿਵੇਂ ਮੈਂ ਲਿਖੇ ਉਵੇਂ ਲਿਖੋ, ਕੋਈ ਗਲਤੀ ਨਾ ਕਰੋ। ਅਤੇ ਮੈਂ ਫਿਰ ਵੀ ਕਹੂੰਗਾ, ਜੇਕਰ ਤੁਸੀਂ ਚੈਪਟਰ ਦੀ ਰੀਡਿੰਗ ਮੇਰੇ ਤੋਂ ਨਹੀਂ ਸਮਝੀ ਤਾਂ ਪਿਛਲੇ 2 ਵੀਡੀਓਜ਼ ਮੇਰੇ ਜ਼ਰੂਰ ਦੇਖੋ। ਨੈਕਸਟ ਅਸੀਂ ਇਸ ਦਾ ਜਿਹੜਾ ਮੇਨ ਕੁਐਸਚਨ ਹੈ, ਥੀਮ ਆਫ ਦਾ ਲੇਟਰਲ ਥਿੰਕਿੰਗ, ਤਾਂ ਅਸੀਂ ਉਹ ਕਰਾਂਗੇ, ਕਿਉਂਕਿ ਉਹ ਵੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਓਕੇ ਜੀ।